ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੈਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਹੈਲਥ ਕੈਨੇਡਾ ਜਲਦੀ ਹੀ 5 ਤੋਂ 11 ਸਾਲ ਦੇ ਬੱਚਿਆਂ ਦੇ ਲਈ ਕੋਵਿਡ ਟੀਕੇ ਦੀ ਯੋਗਤਾ ਤੇ ਕਰ ਰਿਹਾ ਹੈ ਵਿਚਾਰ। ਅੱਧੇ ਤੋਂ ਜ਼ਿਆਦਾ ਮਾਪੇ ਬੱਚਿਆਂ ਨੂੰ ਜਲਦੀ ਸੁਰੱਖਿਅਤ ਕਰਨ ਦੀ ਉਡੀਕ 'ਚ। ਹਾਂਗਕਾਂਗ ਦੇ ਵਿੱਚ ਕੋਵਿਡ ਦੇ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ 에ਅਰ ਕੈਨੇਡਾ ਯਾਤਰੀ ਉਡਾਨਾਂ ਕੀਤੀਆਂ ਰੱਦ। 16 ਤੋਂ 19 ਅਕਤੂਬਰ ਤੱਕ ਲਗਾਈ ਪਾਬੰਦੀ। BCNDP ਦੇ ਕਈ ਮੁੱਦਿਆਂ ਨੂੰ ਲੈ ਕੇ ਹੋਈ ਰਾਉਂਡ ਟੇਬਲ ਮੀਟਿੰਗ ਦੇ ਵਿੱਚ ਹਾਊਸਿੰਗ ਅਫੋਰਡੇਬਿਲਟੀ ਤੇ ਨੌਕਰੀਆਂ ਤੇ ਮੈਸੀ ਟਨਲ ਦੇ ਮੁੱਦੇ ਤੇ ਸਰਕਾਰ ਨੂੰ ਪੁੱਛੇ ਗਏ ਸਵਾਲ। ਖਬਰਾਂ ਵਿਸਥਾਰ ਦੇ ਨਾਲ। ਅਹਿਮ ਖਬਰ। ਫਸਟ ਨੇਸ਼ਨ ਦੇ ਨੈਸ਼ਨਲ ਡੇ ਫਾਰ ਟਰੁਥ ਐਂਡ ਰੀਕਨਸੀਲੀਏਸ਼ਨ ਦੇ ਸੱਦੇ ਨੂੰ ਨਕਾਰਨ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਹਿਲੀ ਵਾਰ ਟੀ ਕੈਮਲੂਪਸ ਦੇ ਸਕਵੈਮਮ ਨੇਸ਼ਨ ਦਾ ਦੌਰਾ ਕੀਤਾ। ਟੀ ਕੈਮਲੂਪਸ ਚੀਫ ਰੋਜ਼ੇਨ ਕੈਸੀਮੀਰ ਤੇ ਹੋਰ ਮਹਿਮਾਨਾਂ ਦੇ ਵੱਲੋਂ ਰੈਜ਼ੀਡੈਂਸ਼ੀਅਲ ਜਿਹੜੇ ਨੇ ਸਕੂਲ ਸਰਵਾਈਵਰਸ ਤੇ ਉਹ ਬਚੇ ਹੋਏ ਜਿਨ੍ਹਾਂ ਨੂੰ ਕਦੇ ਆਪਣਾ ਘਰ ਨਹੀਂ ਮਿਲਿਆ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਸ ਮੌਕੇ ਸੱਦਾ ਦਿੱਤਾ ਗਿਆ। ਕੁਕਪੀ 7 ਕੈਸੀਮੀਰ ਨੇ ਇਸ ਮੌਕੇ ਕਿਹਾ ਕਿ ਲਾਪਤਾ ਬੱਚਿਆਂ ਦੇ ਲਈ ਸਨਮਾਨ ਲਿਆ ਕੇ ਪਿਛਲੇ ਤੇ ਮੌਜੂਦਾ ਸਮੇਂ ਸ਼ਾਂਤੀਪੂਰਨ ਹੱਲ ਦੀ ਮੰਗ ਕਰਦੇ ਨੇ। ਉਹਨਾਂ ਕਿਹਾ ਕਿ ਹਰ ਰੋਜ਼ ਮੂਲ ਵਾਸੀ ਲੋਕ ਆਪਣੀਆਂ ਕਹਾਣੀਆਂ ਤੇ ਦਰਦ ਨੂੰ ਰਾਸ਼ਟਰੀ ਖਬਰਾਂ ਤੇ ਸਾਂਝਾ ਕਰਕੇ ਮੁੜ ਸੁਰਜੀਤ ਹੁੰਦੇ ਨੇ। ਉਹਨਾਂ ਅੱਜ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਵਿੱਚ ਦਿਲਚਸਪੀ ਲਵੋ ਤੇ ਉਹਨਾਂ ਸ਼ਰਤਾਂ ਨੂੰ ਪੂਰੀ ਤਰ੍ਹਾਂ ਸਮਝੋ ਜਿਨ੍ਹਾਂ ਦੇ ਅਧੀਨ ਅਸੀਂ ਰਹਿੰਦੇ ਹਾਂ। ਕਮਿਊਨਿਟੀ ਦੇ ਇਲਾਜ ਕੇਂਦਰ ਲਈ ਫੰਡਿੰਗ ਦੇ ਨਾਲ ਉਹਨਾਂ ਕਿਹਾ ਕਿ ਔਰਵਾਂ ਨੂੰ ਇਲਾਜ ਲਈ ਇੱਕ ਸਪਸ਼ਟ ਮਾਰਗ ਤੇ ਸਹਿਯੋਗ ਕਰਨਾ ਚਾਹੀਦਾ ਹੈ। ਉਹਨਾਂ ਫੈਡਰਲ ਸਰਕਾਰ ਤੇ ਕੈਥੋਲਿਕ ਚਰਚ ਨੂੰ ਰਿਹਾਇਸ਼ੀ ਸਕੂਲ ਪ੍ਰਣਾਲੀ ਦੇ ਨਾਲ ਜੁੜੇ ਸਾਰੇ ਦਸਤਾਵੇਜ਼ ਤੱਕ ਪਹੁੰਚ ਪ੍ਰਦਾਨ ਕਰਨ ਤੇ ਇਸ ਦੇ ਨੁਕਸਾਨਾਂ ਦੇ ਹੱਲ ਲਈ ਸਥਾਨਕ ਕਾਰਵਾਈ ਕਰਨ ਲਈ ਵਚਨਬੱਧ ਕਰਨ ਦੀ ਮੰਗ ਵੀ ਕੀਤੀ। ਟਰੂਡੋ ਨੇ ਕਿਹਾ ਹੈ ਕਿ ਇਸ ਦੇ ਵਿੱਚ ਕੋਈ ਸਵਾਲ ਨਹੀਂ ਹੈ ਕਿ ਫੈਡਰਲ ਸਰਕਾਰ ਬਚੇ ਹੋਏ ਲੋਕਾਂ ਨੂੰ ਮੁਆਵਜ਼ਾ ਦੇਵੇਗੀ ਤੇ ਓਟਵਾ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਸਵਦੇਸ਼ੀ ਬੱਚਿਆਂ ਨੂੰ ਉਹਨਾਂ ਦੇ ਸੱਭਿਆਚਾਰਾਂ ਤੇ ਭਾਈਚਾਰਿਆਂ ਤੋਂ ਦੂਰ ਨਾ ਕੀਤਾ ਜਾਵੇ। ਉਹਨਾਂ ਨੈਸ਼ਨਲ ਡੇ ਫਾਰ ਟਰੁਥ ਐਂਡ ਰੀਕਨਸੀਲੀਏਸ਼ਨ ਮੌਕੇ ਕੈਨੇਡਾ ਦੇ ਝੰਡੇ ਨੂੰ ਅੱਧਾ ਝੁਕਾਏ ਜਾਣ ਤੇ ਵਚਨਬੱਧਤਾ ਦਿਖਾਈ। ਮਈ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਇੰਡੀਜਨਸ ਨੇਸ਼ਨਜ਼ ਵੱਲੋਂ ਅਜਿਹੇ ਪੁਰਾਣੇ ਰਿਹਾਇਸ਼ੀ ਸਕੂਲਾਂ ਦੀਆਂ ਸਾਈਟਸ ਦੇ ਉੱਤੇ ਬਿਨਾਂ ਨਿਸ਼ਾਨਦੇਹੀ ਵਾਲੀਆਂ ਕਬਰਾਂ ਮਿਲਣ ਦਾ ਖੁਲਾਸਾ ਕੀਤਾ ਜਾ ਚੁੱਕਿਆ ਹੈ। ਇਹਨਾਂ ਕਬਰਾਂ ਦਾ ਪਤਾ ਜ਼ਮੀਨ ਦੇ ਹੇਠਾਂ ਰਡਾਰ ਟੈਕਨੋਲੋਜੀ ਦੀ ਵਰਤੋਂ ਕਰਕੇ ਕੀਤਾ ਗਿਆ ਸੀ। ਇਹ ਵੀ ਦੱਸਦੇ ਕਿ ਲੰਬੇ ਸਮੇਂ ਤੋਂ ਇੰਡੀਜਨਸ ਕਮਿਊਨਿਟੀ ਇਨਸਾਫ ਦੀ ਮੰਗ ਕਰ ਰਹੀ ਹੈ। 30 ਸਤੰਬਰ ਨੂੰ ਮਨਾਏ ਗਏ ਕੈਨੇਡਾ ਦੇ ਪਹਿਲੇ ਨੈਸ਼ਨਲ ਡੇ ਫਾਰ ਟਰੁਥ ਐਂਡ ਰੀਕਨਸੀਲੀਏਸ਼ਨ ਮੌਕੇ ਟੀ ਕੈਮਲੂਪਸ ਚੀਫ ਜਿਹੜੇ ਨੇ ਉਹਨਾਂ ਵੱਲੋਂ ਟਰੂਡੋ ਨੂੰ ਇਸ ਸਮਾਰੋਹ ਦੇ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਸੀ ਪਰ ਟਰੂਡੋ ਵੱਲੋਂ ਸੱਦਾ ਨਕਾਰਿਆ ਗਿਆ ਸੀ ਜਿਸ ਦੀ ਕਾਫੀ ਜਗ੍ਹਾ ਦੇ ਉੱਤੇ ਜਿਹੜੀ ਹੈ ਉਹ ਆਲੋਚਨਾ ਵੀ ਹੋਈ ਸੀ ਤੇ ਅੱਜ ਟਰੂਡੋ ਕੈਮਲੂਪਸ ਦੇ ਲੋਕਾਂ ਨੂੰ ਮਿਲਣ ਪਹੁੰਚੇ। ਅਗਰ ਦੱਸਦੇ ਕਿ ਵੈਕਸੀਨ ਜਦੋਂ ਦੀ ਬੱਚਿਆਂ ਦੇ ਲਈ ਅਪਰੂਵ ਹੋਈ ਹੈ ਤਾਂ ਬਹੁਤੇ ਮਾਪੇ ਇਸ ਗੱਲ ਤੇ ਵਿਚਾਰ ਕਰ ਰਹੇ ਨੇ ਕਿ ਉਹ ਆਪਣੇ ਬੱਚਿਆਂ ਨੂੰ ਟੀਕਾ ਲਗਵਾਉਣ ਜਾਂ ਨਹੀਂ। ਐਂਗਸਰੀਡ ਇੰਸਟੀਚਿਊਟ ਦਾ ਇੱਕ ਨਵਾਂ ਸਰਵੇਖਣ ਕਹਿੰਦਾ ਹੈ ਕਿ ਅੱਧੇ ਤੋਂ ਵੱਧ ਕੈਨੇਡੀਅਨ ਮਾਪਿਆਂ ਦੀ ਯੋਜਨਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਜਲਦੀ ਹੀ ਸੁਰੱਖਿਅਤ ਕਰ ਲੈਣ ਪਰ ਕੁਝ ਲੋਕ ਅਜੇ ਵੀ ਵੈਕਸੀਨ ਨਾ ਲਗਵਾਉਣ ਦੇ ਹੱਕ ਦੇ ਵਿੱਚ ਨੇ। ਵੈਕਸੀਨ ਨੂੰ ਉਹ ਆਪਣੇ ਬੱਚਿਆਂ ਦੇ ਲਈ ਸੁਰੱਖਿਅਤ ਨਹੀਂ ਸਮਝ ਰਹੇ ਜਦਕਿ ਹੈਲਥ ਕੈਨੇਡਾ ਵੀ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਵੈਕਸੀਨ ਯੋਗਤਾ ਦੇ ਉੱਤੇ ਵਿਚਾਰ ਵਟਾਂਦਰਾ ਕਰ ਰਿਹਾ ਹੈ। ਸਰਵੇਖਣ ਦੇਖਦੇ ਹਾਂ ਕੀ ਕਹਿ ਰਹੇ ਨੇ। ਹੈਲਥ ਕੈਨੇਡਾ ਦੇ ਵੱਲੋਂ ਜਲਦੀ ਹੀ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਕੋਵਿਡ-19 ਟੀਕੇ ਦੀ ਯੋਗਤਾ ਤੇ ਵਿਚਾਰ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ। ਐਂਗਸਰੀਡ ਇੰਸਟੀਚਿਊਟ ਦਾ ਇੱਕ ਨਵਾਂ ਸਰਵੇਖਣ ਕਹਿੰਦਾ ਹੈ ਕਿ ਅੱਧੇ ਤੋਂ ਵੱਧ ਕੈਨੇਡੀਅਨ ਮਾਪਿਆਂ ਦੀ ਯੋਜਨਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਜਲਦੀ ਹੀ ਸੁਰੱਖਿਅਤ ਕਰ ਲੈਣ। ਹਾਲਾਂਕਿ ਦੇਸ਼ ਭਰ ਦੇ ਵਿੱਚ ਟੀਕਿਆਂ ਬਾਰੇ ਵੰਡੇ ਗਏ ਵਿਚਾਰਾਂ ਦੇ ਸੰਕੇਤ ਦੇ ਵਿੱਚ ਲਗਭਗ 1/4 ਦਾ ਕਹਿਣਾ ਹੈ ਕਿ ਉਹ ਆਪਣੇ ਮੁੱਢਲੇ ਸਕੂਲੀ ਉਮਰ ਦੇ ਬੱਚਿਆਂ ਨੂੰ ਟੀਕਾ ਨਹੀਂ ਲਗਵਾਉਣਗੇ ਭਾਵੇਂ ਟੀਕੇ ਉਮਰ ਸਮੂਹ ਲਈ ਮਨਜ਼ੂਰ ਹੋ ਜਾਣ। ਸਰਵੇਖਣ ਦੇ ਵਿੱਚ ਪਾਇਆ ਗਿਆ ਹੈ ਕਿ 51% ਦੀ ਮਾਪਿਆਂ ਦੀ ਮਨਜ਼ੂਰੀ ਮਿਲਦਿਆਂ ਹੀ ਉਹਨਾਂ ਦੇ ਬੱਚਿਆਂ ਨੂੰ ਟੀਕੇ ਲਗਵਾਉਣ ਦੀ ਯੋਜਨਾ ਹੈ ਜਦੋਂ ਕਿ 18% ਨੇ ਕਿਹਾ ਹੈ ਕਿ ਉਹ ਆਖਿਰਕਾਰ ਆਪਣੇ ਬੱਚਿਆਂ ਨੂੰ ਟੀਕਾ ਲਗਵਾਉਣ ਦੀ ਯੋਜਨਾ ਬਣਾ ਰਹੇ ਨੇ ਪਰ ਪਹਿਲਾਂ ਕੁਝ ਸਮਾਂ ਇੰਤਜ਼ਾਰ ਕਰਨਗੇ। 23% ਨੇ ਕਿਹਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਟੀਕਾ ਨਹੀਂ ਲਗਵਾਉਣਗੇ ਤੇ 9% ਕਹਿੰਦੇ ਨੇ ਕਿ ਉਹਨਾਂ ਨੂੰ ਅਜੇ ਕੁਝ ਇਸ ਸੰਬੰਧੀ ਨਹੀਂ ਪਤਾ। 5011 ਕੈਨੇਡੀਅਨ ਬਾਲਗਾਂ ਦਾ ਸਰਵੇ ਆਨਲਾਈਨ 29 ਸਤੰਬਰ ਤੋਂ 3 ਅਕਤੂਬਰ ਤੱਕ ਐਂਗਸਟਰੀਡ ਫਾਰਮ ਜਨਤਕ ਰਾਏ ਦੁਆਰਾ ਭਾਈਚਾਰੇ ਦੇ ਮੈਂਬਰਾਂ ਦੇ ਵਿੱਚ ਕੀਤਾ ਗਿਆ ਸੀ। ਸਰਵੇਖਣ ਦਾ ਭੁਗਤਾਨ ਐਂਗਸਟਰੀਡ ਇੰਸਟੀਚਿਊਟ ਦੁਆਰਾ ਕੀਤਾ ਗਿਆ ਸੀ। ਇਸ ਦੇ ਵਿੱਚ +-2.0% ਦੀ ਅੰਕ ਦੀ ਗਲਤੀ ਦਾ ਮਾਰਜਨ ਵੀ ਰਿਹਾ ਯਾਨੀ 20 ਦੇ ਵਿੱਚੋਂ 19 ਵਾਰੇ ਹੋਇਆ। ਮੌਜੂਦਾ ਸਮੇਂ ਦੇ ਵਿੱਚ ਟੀਕੇ ਸਿਰਫ 12 ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਮਨਜ਼ੂਰਸ਼ੁਦਾ ਨੇ ਪਰ ਇਹ ਛੇਤੀ ਹੀ ਬਦਲ ਸਕਦਾ ਹੈ ਕਿਉਂਕਿ ਫਾਈਜ਼ਰ ਤੇ ਇਸ ਦੇ ਸਹਿਯੋਗੀ
ਬਾਇਓਨਟੈਕ ਨੇ 5 ਤੋਂ 11 ਸਾਲ ਦੇ ਉਮਰ ਸਮੂਹ ਨੂੰ ਪ੍ਰਵਾਨਗੀ ਲਈ ਹੈਲਥ ਕੈਨੇਡਾ ਨੂੰ ਮੁੱਢਲਾ ਡਾਂਟਾ ਜਿਹੜਾ ਸੌਂਪਿਆ ਹੈ। ਫਾਈਜ਼ਰ ਦੇ ਬੁਲਾਰੇ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਕੰਪਨੀ ਨੂੰ ਮੱਧ ਅਕਤੂਬਰ ਤੱਕ ਰਸਮੀ ਤੌਰ ਤੇ ਪੇਸ਼ ਕਰਨ ਦੀ ਉਮੀਦ ਹੈ। ਪਬਲਿਕ ਹੈਲਥ ਏਜੰਸੀ ਦੇ ਮੁਤਾਬਕ 12 ਤੋਂ ਵੱਧ ਉਮਰ ਦੇ 80% ਤੋਂ ਵੱਧ ਕੈਨੇਡੀਅਨਾਂ ਨੂੰ ਹੁਣ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ ਤੇ 0 ਤੋਂ 19 ਉਮਰ ਸਮੂਹ ਵਿੱਚ ਰੋਜ਼ਾਨਾ ਲਾਗ ਦੀ ਦਰ ਹੁਣ ਸਭ ਤੋਂ ਉੱਚੀ ਹੈ, ਜੋ ਸਤੰਬਰ ਦੇ ਵਿੱਚ 20 ਤੋਂ 39 ਉਮਰ ਸਮੂਹ ਨੂੰ ਪਾਰ ਕਰ ਗਈ। ਸਰਵੇਖਣ ਨੇ ਪੂਰੇ ਕੈਨੇਡਾ ਵਿੱਚ ਖੇਤਰੀ ਅੰਤਰਾਂ ਦੀ ਜਾਂਚ ਕੀਤੀ ਹੈ, ਕਿਉਂਕਿ ਐਟਲਾਂਟਿਕ ਕੈਨੇਡਾ ਨੇ ਕਿਹਾ ਹੈ ਕਿ ਓਨਟਾਰੀਓ ਵਿੱਚ 20% ਤੋਂ ਘੱਟ ਮਾਪੇ ਆਪਣੇ ਬੱਚਿਆਂ ਨੂੰ ਟੀਕਾਕਰਨ ਕਰਨ ਤੋਂ ਬਚਣਗੇ, ਜਦੋਂ ਕਿ ਕਿਊਬੈਕ ਤੇ ਅਲਬਰਟਾ ਕ੍ਰਮਵਾਰ 30% ਤੇ 29% ਤੇ ਸਨ। ਸਰਵੇਖਣ ਦੇ ਵਿੱਚ ਇਹ ਦਿਖਾਇਆ ਗਿਆ ਕਿ ਛੋਟੇ ਬੱਚਿਆਂ ਨੂੰ ਟੀਕਾ ਲਗਵਾਉਣ ਦੀ ਇੱਛਾ ਉਹਨਾਂ ਮਾਪਿਆਂ ਦੇ ਵਿੱਚ ਵਧੇਰੇ ਸੀ ਜਿਨ੍ਹਾਂ ਦੀ ਘਰੇਲੂ ਆਮਦਨੀ ਜ਼ਿਆਦਾ ਹੈ ਤੇ ਜਿਨ੍ਹਾਂ ਵਿੱਚ ਯੂਨੀਵਰਸਿਟੀ ਦੀ ਡਿਗਰੀ ਹੈ। ਫੈਡਰਲ ਏਜੰਸੀਆਂ ਹੁਣ ਬੂਸਟਰ ਸ਼ਾਟ ਦੀ ਲੋੜ ਤੇ ਵਿਚਾਰ ਕਰ ਰਹੀਆਂ ਨੇ। ਸਰਵੇਖਣ ਵਿੱਚ ਪਾਇਆ ਗਿਆ ਕਿ 62% ਕੈਨੇਡੀਅਨ ਉਪਲਬਧ ਹੋਣ ਤੇ ਤੁਰੰਤ ਖੁਰਾਕ ਲੈਣਗੇ, ਜਦੋਂ ਕਿ 20% ਨੇ ਕਿਹਾ ਹੈ ਕਿ ਉਹਨਾਂ ਨੂੰ ਆਖਿਰਕਾਰ ਇੱਕ ਬੂਸਟਰ ਸ਼ਾਟ ਮਿਲੇਗਾ, ਪਰ ਪਹਿਲਾਂ ਉਡੀਕ ਕਰਨੀ ਪਵੇਗੀ। ਸਿਰਫ 9% ਨੇ ਕਿਹਾ ਕਿ ਉਹਨਾਂ ਨੂੰ ਉਤਸ਼ਾਹਿਤ ਸ਼ਾਟ ਨਹੀਂ ਮਿਲੇਗਾ। ਸਰਵੇਖਣ 'ਚ ਪੁੱਛਿਆ ਗਿਆ ਕਿ ਕਦੋਂ ਲੋਕ ਕੈਨੇਡਾ ਦੇ ਵਿੱਚ ਚੀਜ਼ਾਂ ਦੇ ਆਮ ਵਾਂਗ ਹੋਣ ਦੀ ਉਮੀਦ ਕਰਨਗੇ। 1/3 ਤੋਂ ਵੱਧ ਉੱਤਰਦਾਤਾਵਾਂ ਜਾਂ 37% ਨੇ ਕਿਹਾ ਕਿ ਉਹ ਨਹੀਂ ਸੋਚਦੇ ਕਿ ਅਜਿਹਾ ਕਦੇ ਹੋਵੇਗਾ ਜਾਂ ਨਹੀਂ। ਇਹ ਪ੍ਰਤੀਕਿਰਿਆ ਉਸ ਸਮੇਂ ਆਈ ਹੈ ਜਦੋਂ ਇਹ ਕੰਸੋਆਂ ਮਿਲ ਰਹੀਆਂ ਸਨ ਕਿ ਐਲੀਮੈਂਟਰੀ ਸਕੂਲਾਂ ਦੇ ਬੱਚੇ ਜਲਦ ਹੀ ਟੀਕਾਕਰਨ ਲਈ ਯੋਗ ਹੋਣਗੇ। ਫਾਈਜ਼ਰ ਵੀ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਟੀਕਾਕਰਨ ਲਈ ਹੈਲਥ ਕੈਨੇਡਾ ਤੋਂ ਮਨਜ਼ੂਰੀ ਲੈਣ ਦੀ ਤਾਕ ਵਿੱਚ ਹੈ। ਇਸ ਦੌਰਾਨ ਸਰਵੇਖਣ ਕਰਾਉਣ ਵਾਲੇ ਇੰਸਟੀਚਿਊਟ ਦਾ ਕਹਿਣਾ ਹੈ ਕਿ ਤੀਜਾ ਸ਼ਾਟ ਲਵਾਉਣ ਵਾਲਾ ਆਈਡੀਆ ਵੀ ਐਡਲਟਸ ਨੂੰ ਕਾਫੀ ਪਸੰਦ ਆਇਆ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। BC NDP ਦੀ ਰਾਊਂਡ ਟੇਬਲ ਮੀਟਿੰਗ ਹੋਈ, ਜਿਸ ਦੇ ਵਿੱਚ BC ਦੇ ਨਾਲ ਜੁੜੇ ਕਈ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਨਾਲ ਹੀ ਮੀਡੀਆ ਨੇ ਅਮਰੀਕਾ ਸਰਹੱਦ ਖੁੱਲ੍ਹਣ ਤੇ ਹਾਊਸਿੰਗ ਅਫੋਰਡੇਬਿਲਿਟੀ ਦੇ ਉੱਤੇ ਕਈ ਹੋਰ ਮੁੱਦਿਆਂ ਤੇ ਸਰਕਾਰ ਨੂੰ ਸਵਾਲ ਵੀ ਪੁੱਛੇ। ਦੇਖਦੇ ਹਾਂ ਕਿਹੜੇ-ਕਿਹੜੇ ਮੁੱਦੇ ਇਸ ਮੌਕੇ ਚੁੱਕੇ ਗਏ। ਕੋਵਿਡ ਤੋਂ ਬਾਅਦ BC NDP ਪਾਰਟੀ ਦੀ ਇੱਕ ਮੀਟਿੰਗ ਹੋਈ, ਜਿਸ ਦੇ ਵਿੱਚ BC ਦੇ ਸਾਰੇ ਨੁਮਾਇੰਦੇ ਸ਼ਾਮਿਲ ਹੋਏ ਤੇ ਵੱਖ-ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। BC ਵਾਸੀਆਂ ਦੇ ਨਾਲ ਜੁੜੇ ਕਈ ਮੁੱਦੇ ਅਜਿਹੇ ਸੀ ਜਿਨ੍ਹਾਂ ਤੇ ਪ੍ਰੀਮੀਅਰ ਜੌਨ ਹੌਰਗਨ ਨੂੰ ਸਵਾਲ ਜਵਾਬ ਕੀਤੇ ਗਏ। ਖਾਸ ਕਰਕੇ ਕੋਵਿਡ ਦੇ ਮੁੱਦੇ ਤੇ ਚਾਨਣਾ ਪਾਉਂਦੇ ਪ੍ਰੀਮੀਅਰ ਹੌਰਗਨ ਨੇ ਕਿਹਾ ਕਿ ਇਸ ਦੇ ਵਿੱਚ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਮੀਡੀਆ ਨੂੰ ਵੀ ਆਪਣੇ ਤੌਰ ਤੇ ਇਸ ਸੰਬੰਧੀ ਜਾਗਰੂਕਤਾ ਫੈਲਾਉਣ ਦੀ ਅਪੀਲ ਕੀਤੀ। There are challenges, of course. Nothing more pressing than the COVID-19 pandemic. I want to, at the outset, thank all of you for the work that you did to raise awareness and increase information about the importance of immunization. There was a time a few months ago where the Fraser Health Authority had some of the worst numbers when it came to case counts, when it came to exposures to COVID-19, and my colleagues and I appealed to the media to assist us in getting the message out, and you answered quickly and successfully with radiothons, with appeals to your listeners, to your viewers, to your readers, to ensure that they had accurate information, and the community responded to that call, not just from government, not just from MLAs, but from media representatives. ਨਾਲ ਹੀ ਉਹਨਾਂ ਨਵੇਂ ਪ੍ਰੋਗਰਾਮਾਂ ਤੇ ਨਵੀਆਂ ਪਾਲਿਸੀਆਂ ਕੈਨੇਡੀਅਨਸ ਲਈ ਲਿਆਉਣ ਦੀ ਗੱਲ ਆਖੀ। More in-migration, more people coming from within Canada to British Columbia this year than in any year since the 1990s, the early 1990s. And that puts extraordinary strain on our education system, on our healthcare system, on our transportation system. And our responsibility as a government is to make sure that we're putting in place the programs and the policies and the infrastructure to manage that extraordinary growth. I was just, as I said, making samosas at Nana's, where they could tomorrow hire 70 more people if there were people to be hired. There are more people working today than were working when the pandemic began back in March of 2020. So what does that tell us? We have a great record on employment, we have a great record in job creation, but despite that, sector after sector after sector is short of workers. That means more people need to be found to fill those positions, and although COVID has kept people at home, our birth rate is still very, very low, and it will take some time for the birth rate to meet the needs of a growing population. And so I have repeatedly and with good effect, I believe, relayed my concerns about the need for a new approach to immigration in Canada and in British Columbia. ਅਮਰੀਕਾ ਬਾਰਡਰ ਖੁੱਲ੍ਹਣ ਤੇ ਕੀ ਕੈਨੇਡੀਅਨ ਲਈ PCR ਟੈਸਟ ਹੋਣਾ ਲਾਜ਼ਮੀ ਹੈ? ਇਸ ਸੰਬੰਧੀ ਜੌਨ ਹੌਰਗਨ ਨੇ ਜਵਾਬ ਕੁਝ ਇਸ ਤਰ੍ਹਾਂ ਦਿੱਤਾ। The federal government responded, and I was grateful for that. I think all British Columbians were grateful for that. But now, 20 months later, the consequences of not having a seamless border between two proud friends, cousins,
the United States and Canada. We have Canada opening up the border to those who want to come north in August, and here we are coming into November before the United States responds reciprocally. You will know that Governor Jay Inslee, just to the south of us, who is a good friend of British Columbia and someone that I have a positive working relationship with, was one of the first in the United States to applaud the Biden administration for finally opening up the border. And so this is good news for our economy. This allows us to focus on making sure that we build back our tourism sector, one of the areas most hardest hit, quite frankly, from COVID. Obviously, British Columbia is a very desirable place to visit. People have been coming here from around the world for a long, long time. We've built a strong tourism industry as a result of that. But when people aren't coming, when the borders are closed, when the airports are quiet, that has a profound impact on our economy. So it's good news for British Columbia, it's good news for Canada. With respect to the PCR testing, that isn't, again, I'm not passing this on to the federal government. It's their responsibility to manage that. But I believe that double immunization and the prospect of third doses for vulnerable populations, which is already underway, I believe puts us in a very strong position to say that the testing regime that is currently in place is redundant and that we can probably move on without having that. I have an example. I had planned to be traveling to Seattle to meet with the mayor there and Governor Inslee, and I was told that I would have to get a test to come back, and I was only going for 36 hours, and they said, well, you can get a test in Vancouver, and that'll cover you on the way back. And I thought, well, what's the point of having a test in Vancouver, going to Seattle, and then saying, well, I've been tested in the past 36 hours, and then coming right back again? Why don't I just get a test when I come home if I need one? But it seemed to me to be an example of stupidity, and I'll raise that with the Prime Minister when I get the chance. But I agree with you, and the question, if we have double immunized traffic going back and forth across the border, then why would we need a testing regime? I think that's excessive, and I'm going to make that case to the Prime Minister. ਅਫੋਰਡੇਬਲ ਹਾਊਸਿੰਗ ਚੋਣਾਂ ਦੌਰਾਨ ਵੀ ਵੱਡਾ ਮੁੱਦਾ ਰਿਹਾ, ਜਿਸ ਤੇ BC ਦੇ ਹਾਲਾਤ ਤੇ ਸਰੀ ਦੇ ਵਿੱਚ ਘਰ ਲੈਣਾ ਇੰਨਾ ਔਖਾ ਕਿਉਂ ਹੈ, ਇਸ ਤੇ ਵੀ ਜੌਨ ਹੌਰਗਨ ਨੇ ਆਪਣਾ ਪੱਖ ਰੱਖਿਆ. You can always do better, and I think the rule of thumb is when I'm asked a question about are you doing well enough, obviously we can do better. The Canucks have only got 1 point this year. They would have preferred to have 2, but they're happy to have the 1. And I know that a sports analogy from one game does not make a housing strategy. But in 2017, with our first budget, we put billions of dollars into a housing strategy that had 31 different components. And at the time, people said the best strategic plan is a short plan with only a few items, but the need was so pronounced, as you know, to build housing, not-for-profit housing, market housing, social housing for those who are hard to house, complex care, which is part and parcel of the solutions on the mental health front. All of those components require resources. All of those components require skilled workers to build and construct the communities of the future. And in the process, we've discovered that there are a whole bunch of other things that we can do beyond the 31 points in our housing plan. David Eby is responsible for BC Housing. BC Housing is building more housing in the past 3 years than they did in the previous 16. That's not a partisan statement. It speaks to your question directly, that we have an extraordinary need in British Columbia, and it demands an extraordinary response. And I believe that we are on the right track, but we need to make sure that we can get approvals in communities faster. It's not my job or any of our jobs to tell municipalities how to shape and grow their communities. I know in Langford, where I come from, the fastest growing community on Vancouver Island, not unlike Surrey. In fact, I think the reason that Harry and I look so much alike is because we represent fast growing communities that require all of the services that we've talked about today, but nothing more important than housing. And so when we talk about growth, how do we manage that? We manage it by making sure we're doing our best to put the dollars in place to build the houses for tomorrow when we needed them yesterday. So I guess that answers your question. I wish we started yesterday on the problems of tomorrow, and that's, I think, what we've done. ਵਰਕਰਾਂ ਦੀ ਘਾਟ ਹਰ ਇੰਡਸਟਰੀ ਦੇ ਵਿੱਚ ਹੈ। ਇਹ ਘਾਟ ਕਦੋਂ ਪੂਰੀ ਹੋਵੇਗੀ, ਇਸ ਤੇ ਪ੍ਰੀਮੀਅਰ ਨੇ
ਫੈਡਰਲ ਦੇ ਨਾਲ ਗੱਲਬਾਤ ਕਰਨ ਤੇ ਹੱਲ ਕਰਨ ਦਾ ਭਰੋਸਾ ਦਿੱਤਾ। Well, thank you. And I touched on some of those issues in my opening remarks. We are facing a labor shortage, not just in hospitality, not just in tourism, but in industry, in manufacturing, you name it. We are short of people. We stand ready with our post-secondary institutions to train as many people as we can to meet the jobs of today and the jobs of tomorrow. But we need people, and they're just not coming in large enough numbers, and that's why a robust review of our immigration programs is long overdue. I will say that the province of Quebec has a unique relationship within our federation, and I respect that, but I believe that British Columbia should have an equal say in how many people we would like to see coming to British Columbia. The nominee program, the PMP nominee program, which Minister Ralston is very familiar with, is one of those areas, but I think we need to ensure that we have a path to citizenship for people who come to work in British Columbia, want to come and put down roots so that we can have the next generation of people excited about the opportunity and potential of our great province. And we're going to be missing that opportunity, we're going to be missing that potential if we don't have more people coming. Again, a federal responsibility, but a conversation that's already well underway between our two governments, and I know that the Prime Minister is very amenable to that, and I know also that it's not just British Columbia that ਇਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਹਾਂਗਕਾਂਗ ਨੇ ਕੋਵਿਡ-19 ਦੇ ਐਕਸਪੋਜ਼ਰ ਦੇ ਕਾਰਨ ਵੈਨਕੂਵਰ ਤੋਂ 에ਅਰ ਕੈਨੇਡਾ ਦੀਆਂ ਯਾਤਰੀਆਂ ਉਡਾਨਾਂ ਤੇ 2 ਹਫ਼ਤਿਆਂ ਦੇ ਲਈ ਪਾਬੰਦੀ ਲਗਾ ਦਿੱਤੀ ਹੈ। ਹਾਂਗਕਾਂਗ ਦੇ ਸਿਹਤ ਵਿਭਾਗ ਨੇ ਕੋਵਿਡ-19 ਦੇ ਸੰਪਰਕ ਦੇ ਵਿੱਚ ਆਉਣ ਕਾਰਨ ਵੈਨਕੂਵਰ ਤੋਂ 에ਅਰ ਕੈਨੇਡਾ ਦੀਆਂ ਯਾਤਰੀ ਉਡਾਨਾਂ ਤੇ ਇਹ ਜਿਹੜੀ ਰੋਕ ਲਗਾਈ ਹੈ। ਪ੍ਰੈਸ ਰਿਲੀਜ਼ ਦੇ ਮੁਤਾਬਕ 13 ਅਕਤੂਬਰ ਨੂੰ 에ਅਰ ਕੈਨੇਡਾ ਫਲਾਈਟ 007 ਦੇ ਵਿੱਚ ਇੱਕ ਯਾਤਰੀ ਸੀ ਜਿਸ ਨੇ ਕੋਵਿਡ-19 ਲਈ ਜਿਹੜਾ ਪੋਜ਼ਿਟਿਵ ਟੈਸਟ ਦਿੱਤਾ ਸੀ, ਤੇ ਇੱਕ ਹੋਰ ਯਾਤਰੀ ਜੋ ਸਿਹਤ ਜਾਣਕਾਰੀ ਪ੍ਰਦਾਨ ਕਰਨ ਦੇ ਆਲੇ ਦੁਆਲੇ ਸਥਾਨਕ ਸਿਹਤ ਨਿਯਮਾਂ ਦੀ ਪਾਲਣਾ ਕਰਨ ਦੇ ਵਿੱਚ ਸਫਲ ਰਿਹਾ ਸੀ। ਕੋਈ ਹੋਰ ਵੇਰਵੇ ਪ੍ਰਦਾਨ ਨਹੀਂ ਕੀਤੇ ਗਏ ਸਨ। ਮੰਤਰਾਲੇ ਨੇ ਬਾਅਦ ਦੇ ਵਿੱਚ 16 ਤੋਂ 29 ਅਕਤੂਬਰ ਤੱਕ ਵੈਨਕੂਵਰ ਤੋਂ 에ਅਰ ਦੀਆਂ ਜਿਹੜੀਆਂ 에ਅਰ ਕੈਨੇਡਾ ਦੀਆਂ ਯਾਤਰੀ ਉਡਾਨਾਂ ਨੇ ਉਹਨਾਂ ਨੂੰ ਆਪਣੇ ਹਵਾਈ ਅੱਡੇ ਤੇ ਆਉਣ ਤੋਂ ਮਨਾ ਕਰ ਦਿੱਤਾ। 에ਅਰ ਕੈਨੇਡਾ ਦੇ ਇੱਕ ਬੁਲਾਰੇ ਨੇ ਕਿਹਾ ਕਿ 16, 23, 26 ਅਕਤੂਬਰ ਤੇ 29 ਅਕਤੂਬਰ ਨੂੰ ਵੈਨਕੂਵਰ ਤੇ ਹਾਂਗਕਾਂਗ ਦੇ ਵਿਚਕਾਰ 에ਅਰ ਕੈਨੇਡਾ ਦੀਆਂ ਯਾਤਰੀ ਉਡਾਨਾਂ ਜਿਹੜੀਆਂ ਨੇ ਉਹ ਰੱਦ ਕੀਤੀਆਂ ਗਈਆਂ ਨੇ। 4 ਉਡਾਨਾਂ ਤੋਂ ਪ੍ਰਭਾਵਿਤ ਗਾਹਕ ਜਿਨ੍ਹਾਂ ਦੇ ਵਿੱਚ ਕੁਝ ਦੇ ਕਨੈਕਸ਼ਨਸ ਹੋ ਸਕਦੇ ਨੇ ਨੂੰ ਦੁਬਾਰਾ ਬੁੱਕ ਕੀਤਾ ਜਾ ਰਿਹਾ ਹੈ ਤੇ ਯਾਤਰਾ ਦੇ ਵਿਕਲਪ ਪੇਸ਼ ਕੀਤੇ ਜਾ ਰਹੇ ਨੇ। ਆਨਲਾਈਨ ਜਿਹੜੀ 에ਅਰਲਾਈਨ ਹੈ ਉਸ ਦਾ ਇਹ ਕਹਿਣਾ ਹੈ ਕਿ ਜਿਹੜਾ ਵੀ ਵਿਅਕਤੀ ਆਪਣੀ ਅਸਲ ਉਡਾਨ ਦੇ ਸਮੇਂ ਦੇ 3 ਘੰਟਿਆਂ ਦੇ ਅੰਦਰ ਦੁਬਾਰਾ ਬੁੱਕ ਨਹੀਂ ਕਰਵਾ ਸਕਦਾ ਉਸਨੂੰ ਰਿਫੰਡ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਹਾਂਗਕਾਂਗ ਦੇ ਵਿੱਚ 1 ਤੋਂ 14 ਅਕਤੂਬਰ ਦੇ ਵਿਚਕਾਰ ਕੋਵਿਡ-19 ਦੇ 59 ਨਵੇਂ ਮਾਮਲੇ ਜਿਹੜੇ ਨੇ ਉਹ ਆਏ, ਜਿਨ੍ਹਾਂ ਦੇ ਵਿੱਚੋਂ ਇੱਕ ਸਥਾਨਕ ਤੌਰ ਤੇ ਅਣਜਾਣ ਮੂਲ ਦਾ ਫੈਲਿਆ ਹੋਇਆ ਕੇਸ ਸੀ। ਅੱਗੇ ਦੇਖਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਦੀ ਅਹਿਮ ਮੁੱਦੇ ਦੇ ਉੱਤੇ ਗੱਲ ਅੱਜ ਦੀ ਗੱਲ ਦੋਸਤੋ ਭੁਚਾਲ ਬਾਰੇ ਤੇ ਬ੍ਰਿਟਿਸ਼ ਕੋਲੰਬੀਆ ਬਾਰੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਭੁਚਾਲ ਆਉਂਦੇ ਰਹਿੰਦੇ ਆ। ਕਈ ਇਹੋ ਜਿਹੇ ਭੁਚਾਲ ਹੁੰਦੇ ਜਿਨ੍ਹਾਂ ਬਾਰੇ ਸਾਨੂੰ ਪਤਾ ਨਹੀਂ ਲੱਗਦਾ। ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਕਿ ਇੱਥੇ ਬ੍ਰਿਟਿਸ਼ ਕੋਲੰਬੀਆ, ਜਿਹਦੇ ਵਿੱਚ ਕਿ ਵੈਨਕੂਵਰ ਸ਼ਹਿਰ ਵੀ ਆ, ਇੱਥੇ ਵੱਡਾ ਭੁਚਾਲ ਆਵੇ। ਮੰਨ ਲਓ ਰੱਬ ਨਾ ਕਰੇ ਵੱਡਾ ਭੁਚਾਲ ਇੱਥੇ ਆ ਜਾਂਦਾ ਤਾਂ ਉਸ ਵੇਲੇ ਤਿਆਰੀ ਕਿੱਦਾਂ ਕੀਤੀ ਜਾਣੀ ਆ, ਉਸ ਭੁਚਾਲ ਦੇ ਵਿੱਚ ਬਚਾਅ ਕਿੱਦਾਂ ਕੀਤਾ ਜਾਣਾ, ਇਹਦੀ ਇੱਕ ਤਿਆਰੀ, ਇਹਦੀ ਇੱਕ ਰਿਹਰਸਲ, ਇਹਦੀ ਇੱਕ ਡਰਿੱਲ ਵੀਰਵਾਰ ਨੂੰ 10:21 ਤੇ ਕੀਤੀ ਜਾਣੀ ਹੈ। ਭਾਵ ਇਹ ਮੰਨ ਲਿਆ ਜਾਣਾ ਕਿ ਵੀਰਵਾਰ ਨੂੰ 10:21 ਤੇ ਭੁਚਾਲ ਆ ਗਿਆ ਆ ਤੇ ਉਸ ਭੁਚਾਲ ਦੇ ਵਿੱਚ ਲੋਕਾਂ ਨੇ ਕੀ ਕਰਨਾ, ਕਿੱਦਾਂ ਕਰਨਾ, ਡਰੋਪ, ਹੋਲਡ ਐਂਡ ਕਵਰ। ਜਿਸ ਤਰ੍ਹਾਂ ਆਪਾਂ ਨੀਵੇਂ ਹੋ ਕੇ ਕਿਸੇ ਬਿਪਤਾ ਦੇ ਵਿੱਚ ਸਿਰ ਨੂੰ ਗੋਡਿਆਂ 'ਚ ਲੈ ਕੇ ਆਪਣੇ ਹੈੱਡ ਨੂੰ ਕਵਰ ਕਰ ਲੈਂਦੇ, ਉਸ ਤਰ੍ਹਾਂ ਦੀਆਂ ਐਕਸਰਸਾਈਜ਼, ਉਸ ਤਰ੍ਹਾਂ ਦੇ ਤਰੀਕੇ ਲੋਕਾਂ ਨੂੰ ਦੱਸੇ ਜਾਣੇ ਆ। ਜਿਹੜੇ ਇਹ ਭੁਚਾਲ ਦੇ ਵਿਗਿਆਨ ਦੇ ਇਹਦੇ ਮਾਹਰ ਨੇ ਉਹ ਦੱਸ ਰਹੇ ਆ ਕਿ ਜਿਹੜਾ ਸਾਊਥ ਵੈਸਟ ਬ੍ਰਿਟਿਸ਼ ਕੋਲੰਬੀਆ ਆ, ਇਹਦੇ ਵਿੱਚ ਇਹਨੂੰ ਐਕਟਿਵ ਅਰਥਕੁਇਕ ਜ਼ੋਨ ਕਹਿੰਦੇ ਆ। ਦੁਨੀਆ ਦੇ ਵਿੱਚ ਬਹੁਤ ਸਾਰੇ ਹਿੱਸੇ ਆ ਜਿੱਥੇ ਕਦੇ ਭੁਚਾਲ ਨਹੀਂ ਆਇਆ, ਜਾਂ ਜਿਹੜਾ ਆਇਆ ਉਹ ਕਦੇ ਪਤਾ ਨਹੀਂ ਲੱਗਿਆ। ਬਹੁਤ ਸਾਰੇ ਹਿੱਸੇ ਆ ਜਿੱਥੇ ਅਕਸਰ ਭੁਚਾਲ ਆਉਂਦੇ ਆ ਜਾਂ ਉੱਥੇ ਭੁਚਾਲ ਜ਼ਿਆਦਾ ਆਉਂਦੇ ਆ। ਜਿਹੜਾ ਸਾਊਥ ਵੈਸਟ ਬ੍ਰਿਟਿਸ਼ ਕੋਲੰਬੀਆ ਆ, ਇਹ ਐਕਟਿਵ ਅਰਥਕੁਇਕ ਜ਼ੋਨ ਆ। ਭਾਵ ਇੱਥੇ ਭੁਚਾਲ ਜ਼ਿਆਦਾ ਆਉਣ ਦੀ ਸੰਭਾਵਨਾ ਆ। ਵਿਗਿਆਨੀ ਦੱਸਦੇ ਆ ਕਿ ਬਹੁਤ ਸਾਰੇ ਛੋਟੇ ਛੋਟੇ ਭੁਚਾਲ ਅਰਥਕੁਇਕ ਇੱਥੇ ਆਉਂਦੇ ਰਹਿੰਦੇ ਆ, ਰੋਜ਼ ਹੀ ਆਉਂਦੇ ਰਹਿੰਦੇ ਆ, ਪਰ ਉਹਨਾਂ ਦਾ ਸਾਨੂੰ ਪਤਾ ਨਹੀਂ ਲੱਗਦਾ ਕਿਉਂਕਿ ਇੰਨੇ ਛੋਟੇ ਹੁੰਦੇ ਆ, ਪਰ ਇਹ ਆਉਂਦੇ ਰਹਿੰਦੇ ਆ। ਦੂਜੀ ਗੱਲ ਦੱਸਿਆ ਜਾ ਰਿਹਾ ਕਿ ਜਿਹੜੇ ਕਈ ਦਹਾਕਿਆਂ ਬਾਅਦ ਜਾਂ 1-2 ਦਹਾਕਿਆਂ ਬਾਅਦ ਇੱਕ ਇੱਦਾਂ ਦਾ ਵੱਡਾ ਭੁਚਾਲ ਵੀ ਆਉਂਦਾ ਜਿਹੜਾ ਕਈ ਵਾਰੀ ਬਹੁਤ ਨੁਕਸਾਨ ਕਰਦਾ। ਇਹ ਜਿਹੜੀ ਡਰਿੱਲ ਕੀਤੀ ਜਾ ਰਹੀ ਹੈ ਵੀਰਵਾਰ ਨੂੰ 10:21 ਤੇ, ਇਹਨੂੰ ਡਿਜ਼ਾਈਨ ਕੀਤਾ ਗਿਆ ਕਿ ਅਗਲਾ ਮੇਜਰ ਅਰਥਕੁਇਕ ਜਿਹੜਾ ਇਸ ਵੇਲੇ ਆ ਸਕਦਾ ਆ ਉਹਦਾ ਸਾਹਮਣਾ ਕਿੱਦਾਂ ਕਰਨਾ।
ਹਾਲਾਂਕਿ ਇਹਦੇ ਬਾਰੇ ਕੋਈ ਵੀ ਪੇਸ਼ਨਗੋਈ ਨਹੀਂ ਹੈ, ਕੋਈ ਵੀ ਭਵਿੱਖਬਾਣੀ ਨਹੀਂ ਹੈ ਕਿ ਫਲਾਣੀ ਤਰੀਕ ਨੂੰ ਜਾਂ ਫਲਾਣੇ ਸਾਲ ਨੂੰ, ਫਲਾਣੇ 10 ਸਾਲ ਬਾਅਦ, 20 ਸਾਲ ਬਾਅਦ ਜਾਂ ਕੱਲ੍ਹ ਨੂੰ ਭੂਚਾਲ ਆਉਣਾ ਹੈ। ਵਿਗਿਆਨ ਅਜੇ ਇੱਥੇ ਤੱਕ ਨਹੀਂ ਪਹੁੰਚਿਆ ਕਿ ਦੱਸ ਸਕੇ, ਪਰ ਆਪਣਾ ਬਚਾਅ ਕੀਤਾ ਜਾ ਰਿਹਾ। ਮਨੁੱਖ ਕੁਦਰਤ ਨਾਲ ਲੜਾਈ ਦੇ ਵਿੱਚ ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਕਿ ਜੇ ਕੋਈ ਇਸ ਤਰ੍ਹਾਂ ਦੀ ਵਿਪਤਾ ਪੈਂਦੀ ਹੈ ਤਾਂ ਉਹਦੇ ਉੱਤੋਂ ਬਚਾਅ ਕਿਹੜੇ ਤਰੀਕੇ ਦੇ ਨਾਲ ਕਰਨਾ। ਭੂਚਾਲ ਨੂੰ ਆਉਣ ਤੋਂ ਰੋਕਿਆ ਨਹੀਂ ਜਾ ਸਕਦਾ, ਪਰ ਜੇ ਭੂਚਾਲ ਆ ਜਾਵੇ ਉਹਦੇ ਤੋਂ ਬਾਅਦ ਬਚਾਅ ਕੀਤਾ ਜਾ ਸਕਦਾ। ਉਹ ਬਚਾਅ ਕਿੱਦਾਂ ਕੀਤਾ ਜਾ ਸਕਦਾ, ਉਹਦੀ ਜਿਹੜੀ ਡਰਿੱਲ ਆ ਇਹ ਵੀਰਵਾਰ ਨੂੰ 10:21 ਤੇ ਹੋਣੀ ਆ। ਦੁਨੀਆ ਦੇ ਵਿੱਚ ਬਹੁਤ ਵੱਡੇ ਵੱਡੇ ਭੂਚਾਲ ਆਏ ਆ। ਸਦੀਆਂ ਦਾ ਇਤਿਹਾਸ ਇਸ ਵੇਲੇ ਦੱਸਦਾ ਆ ਕਿ ਬਹੁਤ ਸਾਰੇ ਜਿਹੜੇ ਰੀਜਨ ਸੀਗੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਤਬਾਹੀ ਹੋਈ ਆ। ਉਸ ਦਿਨ ਨੂੰ ਲੋਕਲ ਮਿਊਨਿਸਪੈਲਿਟੀ, ਸਕੂਲ ਡਿਸਟ੍ਰਿਕਟਸ, ਹੋਰ ਸਾਰੇ ਪ੍ਰੋਵਿੰਸ ਦੇ ਵਿੱਚ ਲੋਕਾਂ ਨੂੰ ਇਹਦੇ ਵਿੱਚ ਪਾਰਟੀਸਪੇਟ ਕਰਨ ਲਈ ਕਿਹਾ ਜਾ ਰਿਹਾ, ਪਰ ਨਾਲ ਹੀ ਸਲਾਹ ਦਿੱਤੀ ਜਾ ਰਹੀ ਹੈ ਕਿ ਇਹਨੂੰ ਅਸਲੀ ਅਰਥਕੁਇਕ ਨਾ ਸਮਝ ਲਿਆ ਜਾਵੇ। ਇਹ ਸਿਰਫ ਉਹਦੀ ਇੱਕ ਡਰਿਲ ਆ। ਉਹ ਕਹਿੰਦੇ ਇਹ ਬਾਰ-ਬਾਰ ਜਿਹੜੇ ਹੁੰਦੇ ਆ ਟੈਕਟੋਨਿਕ ਪਲੇਟਸ ਨੇ, ਕੋਈ ਧਰਤੀ ਦੇ ਵਿੱਚ, ਧਰਤੀ ਦੇ 3 ਹਿੱਸੇ ਨੇ, ਬਿਲਕੁਲ ਸੈਂਟਰ ਵਾਲੇ ਹਿੱਸੇ ਨੂੰ ਕੋਰ ਕਹਿੰਦੇ ਆ, ਉਸ ਤੋਂ ਬਾਅਦ ਮੈਂਟਲ ਹੁੰਦੀ ਆ, ਬਾਹਰ ਜਿਹੜੀ ਛੋਟੀ ਜਿਹੀ ਪਰਤ ਆ ਉਹਨੂੰ ਕਰਸਟ ਕਹਿੰਦੇ ਆ। ਕਰਸਟ ਦੇ ਵਿੱਚ ਜਿਹੜੀਆਂ ਕੁਛ ਪਲੇਟਸ ਹੁੰਦੀਆਂ ਆ ਉਹਨਾਂ ਦੇ ਵਿੱਚ ਮਿਲੀਅਨਸ, ਹਜ਼ਾਰਾਂ ਸਾਲਾਂ ਦੇ ਵਿੱਚ ਕੁਛ ਨਾ ਕੁਛ ਤਬਦੀਲੀਆਂ ਹੁੰਦੀਆਂ ਰਹਿੰਦੀਆਂ, ਕੁਛ ਨਾ ਕੁਛ ਵਾਪਰਦਾ ਰਹਿੰਦਾ। ਕਹਿੰਦੇ ਉਹ ਪਲੇਟਸ ਮੂਵ ਕਰਦੀਆਂ ਰਹਿੰਦੀਆਂ। ਫਿਰ ਕਿਤੇ ਜਾ ਕੇ ਉਹਨਾਂ ਦੇ ਸਿਰੇ ਜਿਹੜੇ ਐਜਸ ਨੇ ਜਦੋਂ ਫਸ ਜਾਂਦੇ ਨੇ, ਸਟਕ ਹੋ ਜਾਂਦੇ ਨੇ, ਫਿਰ ਉਹਨਾਂ ਦੇ ਵਿੱਚ ਪਿੱਛੋਂ ਪ੍ਰੈਸ਼ਰ ਪੈਂਦਾ ਰਹਿੰਦਾ ਅਤੇ ਇੱਕ ਥਾਂ ਦੇ ਉੱਤੇ ਝਟਕੇ ਨਾਲ ਫਿਰ ਨਿਕਲਦੀਆਂ, ਇੱਕ ਦੂਜੇ ਦੇ ਉੱਤੇ ਸਲਾਈਡ ਹੁੰਦੀਆਂ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇਹ ਅਰਥਕੁਇਕ ਆ, ਭੂਚਾਲ ਆ ਗਿਆ। ਇਹ ਸਦੀਆਂ ਤੋਂ ਇਸੇ ਤਰ੍ਹਾਂ ਸਿਲਸਿਲਾ ਚੱਲਦਾ ਆ ਰਿਹਾ। ਇਹ ਹੌਲੀ ਹੌਲੀ ਲੰਬੇ ਸਮੇਂ ਦੇ ਵਿੱਚ ਪਲੇਟਸ ਜਿਹੜੀਆਂ ਇਹ ਮੂਵ ਕਰਦੀਆਂ ਆ, ਅਤੇ ਜਿਹੜੇ ਐਜਸ ਹੁੰਦੇ ਆ ਇਹਨਾਂ ਦੇ ਜਿੱਥੇ ਜਾ ਕੇ ਇਹ ਫਸਦੀਆਂ, ਜਿਹਨੂੰ ਫਾਲਟ ਲਾਈਨ ਵੀ ਕਹਿੰਦੇ ਆ, ਵਿਗਿਆਨੀ ਕੀ ਕਰਦੇ ਆ, ਉਹ ਫਾਲਟ ਲਾਈਨ ਨੂੰ ਲੱਭ ਲੈਂਦੇ ਆ। ਭਾਵ ਕਿਹੜੇ ਇਲਾਕੇ ਦੇ ਵਿੱਚ ਉਹ ਫਾਲਟ ਲਾਈਨ ਪੈਂਦੀ ਹੈ, ਇਹਨਾਂ ਪਲੇਟਸ ਦੇ ਸਿਰੇ ਕਿੱਥੇ ਕਾ, ਉੱਥੇ ਕੁ ਭੂਚਾਲ ਆਉਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਆ। ਉੱਥੇ ਫਿਰ ਘਰ ਵੀ ਉਸ ਤਰੀਕੇ ਨਾਲ ਬਣਦੇ ਆ, ਉੱਥੇ ਲੋਕਾਂ ਨੂੰ ਟ੍ਰੇਨਿੰਗ ਵੀ ਉਸ ਤਰੀਕੇ ਦੇ ਨਾਲ ਦਿੱਤੀ ਜਾਂਦੀ ਆ। ਦੂਜੀ ਗੱਲ ਇਹ ਜਿਹੜਾ ਇਸ ਵੇਲੇ ਦੱਸਿਆ ਜਾ ਰਿਹਾ ਕਿ ਜਿਵੇਂ ਪਹਿਲਾਂ ਦੱਸਿਆ ਕਿ ਭੂਚਾਲਾਂ ਬਾਰੇ ਦੱਸਿਆ ਨਹੀਂ ਜਾ ਸਕਦਾ, ਬਚਾਅ ਨਹੀਂ, ਇਹਦੇ ਬਾਰੇ ਇਹ ਵੀ ਨਹੀਂ ਦੱਸਿਆ ਜਾ ਸਕਦਾ ਕਿ ਹੁਣ ਤੋਂ ਇੰਨੇ ਸਮੇਂ ਬਾਅਦ ਭੂਚਾਲ ਆਉਣਾ ਆ। ਇਹ ਵੀ ਅਜੇ ਤੱਕ ਵਿਗਿਆਨ ਦੇ ਵਿੱਚ ਸੰਭਵ ਨਹੀਂ ਹੋ ਸਕਿਆ। ਦੁਨੀਆ ਦੇ ਵਿੱਚ ਬਹੁਤ ਵੱਡੇ ਭੂਚਾਲ ਆਇਆ। ਚਿਲੀ ਦੇ ਵਿੱਚ 1960 ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਭੂਚਾਲ ਆਇਆ ਸੀ। ਰਿਕਟਰ ਸਕੇਲ ਦੇ ਉੱਤੇ 9.6 ਕਹਿੰਦੇ ਇਹਨੂੰ ਮਾਪਿਆ ਗਿਆ ਸੀ। ਅਤੇ ਇਸੇ ਤਰ੍ਹਾਂ US ਦੇ ਵਿੱਚ ਅਲਾਸਕਾ ਦੇ ਵਿੱਚ 1964 ਦੇ ਵਿੱਚ 9.2 ਮੈਗਨੀਟਿਊਡ ਦਾ ਜਿਹੜਾ ਭੂਚਾਲ ਆਇਆ ਸੀ। ਜਦੋਂ ਇਹ ਵੱਡੀਆਂ ਵੱਡੀਆਂ ਲਹਿਰਾਂ ਪੈਦਾ ਕਰ ਦਿੰਦਾ ਭੂਚਾਲ ਸਮੁੰਦਰ ਦੇ ਵਿੱਚ, ਉਹਨੂੰ ਅਸੀਂ ਸੁਨਾਮੀ ਕਹਿੰਦੇ ਹਾਂ। ਅਤੇ ਟੈਕਟੋਨਿਕ ਪਲੇਟਸ ਦੀ ਜਿਹੜੀ ਮੂਵਮੈਂਟ ਹੈ ਹੀ ਇਹਦੇ ਲਈ ਜ਼ਿੰਮੇਵਾਰ ਆ। ਅਰਥ ਕਦੇ ਵੀ ਆ ਸਕਦਾ, ਕਿਸੇ ਵੀ ਮੌਸਮ ਦੇ ਵਿੱਚ ਆ ਸਕਦਾ। ਦੁਨੀਆ ਦੇ ਵਿੱਚ ਅਲਾਸਕਾ ਇੱਕ ਇਹੋ ਜਿਹਾ ਇਲਾਕਾ ਹੈ ਜਿਹੜਾ ਸਭ ਤੋਂ ਵੱਧ ਜਿਹੜੀ ਸੈਸਮਿਕਲੀ ਐਕਟਿਵ ਸਟੇਟ ਮੰਨੀ ਜਾਂਦੀ ਹੈ, ਭਾਵ ਜਿੱਥੇ ਸਭ ਤੋਂ ਵੱਧ ਭੂਚਾਲ ਆਉਂਦੇ ਆ। ਸਾਇੰਟਿਸਟ ਇਹਨਾਂ ਜਿਹੜੀਆਂ ਸੈਸਮਿਕ ਵੇਵਜ਼ ਨੇ, ਜਿਹੜੀਆਂ ਜਦੋਂ ਭੂਚਾਲ ਆਉਂਦਾ ਆ ਉਸ ਵੇਲੇ ਜਿਹੜੀਆਂ ਇਹਦੇ ਵਿੱਚੋਂ ਵੇਵਜ਼ ਪੈਦਾ ਹੁੰਦੀਆਂ, ਉਹਨੂੰ ਮੈਨਦੇ ਆ, ਉਹਨੂੰ ਮੈਜਰ ਕਰਦੇ ਆ। ਉਹਦੇ ਤੋਂ ਪਤਾ ਲੱਗਦਾ ਕਿ ਭੂਚਾਲ ਕਿੰਨਾ ਕੁ ਜ਼ਿਆਦਾ ਆ। ਸੈਸਮੋਗ੍ਰਾਫ ਦੇ ਵਿੱਚ ਰਹੀਏ, ਜਿਹੜਾ ਅਸੀਂ ਰਿਕਟਰ ਸਕੇਲ ਪੈਮਾਨੇ ਦੇ ਉੱਤੇ ਉਹਨੂੰ ਮਾਪ ਲਿਆ ਜਾਂਦਾ ਆ। ਜਿਹੜੇ ਬਹੁਤ ਥੋੜ੍ਹੇ ਮੂਵਮੈਂਟ ਮੈਗਨੀਟਿਊਡ ਸਕੇਲ ਹੁੰਦੀ, MMS ਹੁੰਦਾ, ਜਿਹਨੂੰ ਅਸੀਂ ਰਿਕਟਰ ਸਕੇਲ ਵੀ ਕਹਿੰਦੇ ਹਾਂ। ਬਹੁਤ ਥੋੜ੍ਹੇ ਜਿਹੜੇ 4 ਤੋਂ ਥੱਲੇ ਕਹਿੰਦੇ ਹੋਵੇ, 4.0 ਤੋਂ ਥੱਲੇ ਹੋਵੇ, ਉਹਦਾ ਸਾਨੂੰ ਪਤਾ ਵੀ ਨਹੀਂ ਲੱਗਦਾ। ਉਹਦੀ ਉਦਾਹਰਨ ਲੈਣੀ ਹੋਵੇ ਕਿ ਅਰਥਕੁਇਕ ਕਿੰਨਾ ਕੁ ਹੁੰਦਾ 4.0 ਤੋਂ ਥੱਲੇ ਵਾਲਾ ਰਿਕਟਰ ਸਕੇਲ ਦੇ ਉੱਤੇ, ਜਿੱਦਾਂ ਤੁਹਾਡੇ ਘਰ ਦੇ ਨੇੜੇ ਕੋਈ ਟਰੱਕ ਲੰਘ ਜਾਵੇ, ਉਹਦੇ ਨਾਲ ਜਿੰਨੀ ਕੁ ਘਰ ਦੇ ਵਿੱਚ ਹਿਲਜੁਲ ਹੁੰਦੀ ਹੈ ਜਾਂ ਜਿੰਨਾ ਕੁ ਤੁਸੀਂ ਮਹਿਸੂਸ ਕਰਦੇ ਹੋ, ਉਨਾ ਕੁ ਭੂਚਾਲ ਹੁੰਦਾ। ਕਈ ਵਾਰੀ ਸਾਨੂੰ ਉਹ ਮਹਿਸੂਸ ਵੀ ਨਹੀਂ ਹੁੰਦਾ। ਜਿਹੜਾ 6.0 ਤੋਂ ਉੱਤੇ ਹੁੰਦਾ, ਉਹਦੇ ਵਿੱਚ ਕਹਿੰਦੇ ਘਰਾਂ ਦੀਆਂ ਖਿੜਕੀਆਂ ਖੁੜਕੀਆਂ ਹਿੱਲਣ ਲੱਗ ਜਾਂਦੀਆਂ ਜਾਂ ਡਿੱਗਣ ਲੱਗ ਜਾਂਦੀਆਂ, ਤੁਹਾਨੂੰ ਪਤਾ ਲੱਗਣ ਲੱਗ ਜਾਂਦਾ। 7.0 ਜਾਂ ਇਹਦੇ ਤੋਂ ਉੱਤੇ ਵਾਲੇ ਦੇ ਉੱਤੇ ਜਿਹੜੀਆਂ ਮਾੜੀਆਂ ਬਿਲਡਿੰਗਸ ਹੁੰਦੀਆਂ ਉਹ ਡਿੱਗ ਜਾਂਦੀਆਂ, ਬ੍ਰਿਜਸ ਕੋਲੈਪਸ ਕਰ ਜਾਂਦੇ ਆ। 8.0 ਜੇਕਰ ਭੂਚਾਲ ਹੋ ਜਾਵੇ ਤਾਂ ਉਹਦੇ ਤੋਂ ਬਾਅਦ ਜ਼ਿਆਦਾ ਨੁਕਸਾਨ ਹੋ ਜਾਂਦਾ। ਅਰਥ ਦੇ ਵਿੱਚ ਕਰੈਕ ਆ ਜਾਂਦੀਆਂ, ਤਰੇੜਾਂ ਆ ਜਾਂਦੀਆਂ। ਅਤੇ ਜੇਕਰ 9.0 ਦੇ ਉੱਤੇ ਰੱਬ ਨਾ ਕਰੇ ਕਦੇ ਭੂਚਾਲ ਆ ਜਾਵੇ ਤਾਂ ਉਹਦੇ ਤੋਂ ਬਾਅਦ ਸਾਰੇ ਦਾ ਸਾਰਾ ਸ਼ਹਿਰ ਤਬਾਹ ਹੋ ਜਾਂਦਾ। ਜਿੱਥੇ ਕਿਤੇ ਮਨੁੱਖ ਕੁਦਰਤ ਦੇ ਨਾਲ ਇਸ ਲੜਾਈ ਦੇ ਵਿੱਚ ਜਿੱਤਣ ਦੀ ਕੋਸ਼ਿਸ਼ ਕਰ ਰਿਹਾ, ਕੁਦਰਤੀ ਆਫਤਾਂ ਤੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ, ਉਸੇ ਸਿਲਸਿਲੇ ਦਾ, ਉਸੇ ਬਚਾਅ ਦਾ ਇੱਕ ਤਰੀਕਾ ਇਸ ਵੀਰਵਾਰ 10:21 ਦੇ ਉੱਤੇ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਵਿੱਚ ਇਸ ਬ੍ਰਿਟਿਸ਼ ਕੋਲੰਬੀਆ ਜਿਹੜਾ ਪ੍ਰੋਵਿੰਸ ਆ, ਇਸ ਡਰਿਲ ਦੇ ਵਿੱਚ ਭਾਗ ਲੈ ਰਿਹਾ, ਇਸ ਆਸ ਦੇ ਨਾਲ ਕਿ ਜੇ ਕਦੇ ਇਸ ਤਰ੍ਹਾਂ ਦੀ ਵਿਪਤਾ ਭਵਿੱਖ ਦੇ ਵਿੱਚ ਆਉਂਦੀ ਆ ਤਾਂ ਲੋਕ ਆਪਣਾ ਬਚਾਅ ਕਰਨ ਦੇ ਯੋਗ ਹੋਣ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।